ਹੈਲੋ। ਅੱਜ ਅਸੀਂ CRPC ਪੜ੍ਹਾਂਗੇ ਔਰ CRPC ਦੇ ਚੈਪਟਰ 6 ਨੂੰ ਸਟੱਡੀ ਕਰਾਂਗੇ, ਜਿਹਦੇ ਵਿੱਚ ਕਿ 4 ਪਾਰਟ ਹੈ ABCD। ਜਿਹਦੇ ਸਭ ਤੋਂ ਪਹਿਲਾ ਜਿਹੜਾ ਪਾਰਟ ਹੈਗਾ ਉਹ ਹੈਗਾ ਰਿਗਾਰਡਿੰਗ ਸਮਨਸ। ਚਲੋ ਜੀ, ਇਹ ਆਪਣੇ ਬੇਅਰ ਐਕਟਸ ਨਾਲ ਰੱਖੋ ਜੀ। ਔਰ ਹੁਣ ਆਪਾਂ ਸ਼ੁਰੂ ਕਰਨ ਲੱਗੇ ਹਾਂ ਜੀ ਚੈਪਟਰ 6 ਪ੍ਰੋਸੈਸ ਟੂ ਕੰਪੈਲ ਅਪੀਅਰੈਂਸ, ਕਿ ਕਿਸੇ ਦੀ ਕਿਸ ਤਰ੍ਹਾਂ ਕਿਸੇ ਨੂੰ ਕੰਪੈਲ ਕੀਤਾ ਜਾਂਦਾ ਉਹਨੂੰ ਹਾਜ਼ਰ ਹੋਣ ਵਾਸਤੇ। ਇਹ ਆਪਾਂ ਪੜ੍ਹਾਂਗੇ ਜੀ ਪ੍ਰੋਸੈਸ, ਇਹਦਾ ਕਾਰਜ ਕਿਸ ਤਰ੍ਹਾਂ ਹੈ। ਸੈਕਸ਼ਨ 61 ਫਾਰਮ ਆਫ ਸਮਨਸ, ਸੰਮਨ ਦੀ ਬਣਤਰ ਕਿਸ ਤਰ੍ਹਾਂ ਦੀ ਹੈ। ਸਭ ਤੋਂ ਪਹਿਲਾਂ ਅਸੀਂ ਸਟੱਡੀ ਕਰਾਂਗੇ ਕਿ ਸੰਮਨ ਕਿਸ ਤਰ੍ਹਾਂ ਦਾ ਹੁੰਦਾ। ਉਹ ਕਹਿੰਦਾ ਐਵਰੀ ਸੰਮਨ, ਹਰ ਇੱਕ ਸੰਮਨ ਇਸ਼ੂਡ ਬਾਈ ਏ ਕੋਰਟ, ਇੱਕ ਕੋਰਟ ਉਹਨੇ ਸਪੈਸੀਫਾਈ ਕੀਤਾ ਕਿ ਇਸ਼ੂਡ ਬਾਈ ਏ ਕੋਰਟ, ਉਹਨੇ ਕੋਈ ਕਿਸੇ ਕੋਰਟ ਦਾ ਕੋਈ ਨਾਮ ਜੁਡੀਸ਼ੀਅਲ ਜਾਂ ਐਗਜ਼ੈਕਟਿਵ ਨਹੀਂ ਕਿਹਾ। ਇਹਦਾ ਮਤਲਬ ਕੀ ਹੈ ਕਿ ਐਗਜ਼ੈਕਟਿਵ ਔਰ ਜੁਡੀਸ਼ੀਅਲ ਕੋਰਟ ਵੱਲੋਂ ਵੀ ਕੀਤਾ ਜਾਂਦਾ, ਕੋਈ ਵੀ ਕੋਰਟ ਹੋ ਸਕਦੀ। ਅੰਡਰ ਦਿਸ ਕੋਰਟ, ਇਸ ਕੋਰਟ ਦੇ ਤਹਿਤ ਸ਼ੈਲ ਬੀ ਇਨ ਰਾਈਟਿੰਗ, ਰਾਈਟਿੰਗ 'ਚ ਹੋਣਾ ਚਾਹੀਦਾ। ਇਹਨੂੰ ਅੰਡਰਲਾਈਨ ਕਰ ਲਓ। ਇਨ ਡੁਪਲੀਕੇਟ ਸਾਈਨਡ ਬਾਈ ਦੀ ਪ੍ਰਜ਼ਾਈਡਿੰਗ ਆਫਿਸਰ ਆਫ ਸੱਚ ਕੋਰਟ, ਉਸ ਕੋਰਟ ਦਾ ਕੋਈ ਵੀ ਜਿਹੜਾ ਪ੍ਰਜ਼ਾਈਡਿੰਗ ਆਫਿਸਰ ਹੋਏਗਾ ਉਹਦੇ ਦਸਤਖਤ ਹੋਣਗੇ, ਜਾਂ ਬਾਏ ਸੱਚ ਅਦਰ ਆਫਿਸਰ ਐਜ਼ ਦਾ ਹਾਈ ਕੋਰਟ ਮੇ, ਜੇਕਰ ਹਾਈ ਕੋਰਟ ਵੱਲੋਂ ਕੋਈ ਆਫਿਸਰ ਅਪੁਆਇੰਟ ਕੀਤਾ ਗਿਆ ਹੈ ਤਾਂ ਉਹਦੇ ਸਾਈਨ ਹੋਣਗੇ। ਫਰੋਮ ਟਾਈਮ ਟੂ ਟਾਈਮ, ਟਾਈਮ ਟੂ ਟਾਈਮ ਜਿਹੜੇ ਸੰਮਨ ਇਹ ਜਾਰੀ ਕੀਤੇ ਜਾ ਸਕਦੇ ਹੈਗੇ ਆ। ਬਾਏ ਦੀ ਰੂਲ ਡਾਇਰੈਕਟ, ਜਿਸ ਤਰ੍ਹਾਂ ਕਿ ਨਿਯਮ ਕਹਿੰਦੇ ਆ, ਐਂਡ ਸ਼ੈਲ ਬੀਅਰ ਦੀ ਸੀਲ ਆਫ ਦੀ ਕੋਰਟ, ਤਾਂ ਕੋਰਟ ਦੀ ਮੋਹਰ ਵੀ ਲੱਗੀ ਹੋਏਗੀ। ਹੁਣ ਅਸੀਂ CRPC ਦੇ ਸਟਾਰਟ ਕਰਨ ਲੱਗੇ ਹਾਂ ਸੰਮਨ। ਔਰ ਸੰਮਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸੈਕਸ਼ਨ ਆਉਂਦਾ ਸੈਕਸ਼ਨ 61, ਵੈਰੀ ਇੰਪੋਰਟੈਂਟ। ਇਹਦੇ ਵਿੱਚ ਉਹਨੇ ਕੰਡੀਸ਼ਨਸ ਕੁਛ ਉਹਨੇ ਲਿਖਿਆ ਕਿ ਹਾਂ ਇਹ ਦੀ ਬਣਤਰ ਕਿਸ ਤਰ੍ਹਾਂ ਹੋਏਗੀ। ਤਾਂ ਸਭ ਤੋਂ ਪਹਿਲੀ ਜਿਹੜੀ ਬਣਤਰ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਇਹ ਲਿਖਤੀ ਹੋਏਗਾ, ਡੁਪਲੀਕੇਟ ਕਾਪੀ ਇਹਦੀ ਨਾਲ ਹੋਏਗੀ, ਫਿਰ ਇਹ ਸਾਈਨ ਹੋਏਗਾ ਪ੍ਰਜ਼ਾਈਡਿੰਗ ਆਫਿਸਰ ਤੋਂ। ਜੇ ਪ੍ਰਜ਼ਾਈਡਿੰਗ ਆਫਿਸਰ ਨਹੀਂ ਹੈਗਾ ਤਾਂ ਜਿਹੜਾ ਹਾਈ ਕੋਰਟ ਵੱਲੋਂ ਕੋਈ ਆਫਿਸਰ ਅਪੁਆਇੰਟ ਕੀਤਾ ਹੋਇਆ ਉਹਦੇ ਸਾਈਨ ਹੋਣਗੇ, ਔਰ ਇਹ 'ਤੇ ਕੋਰਟ ਦੀ ਮੋਹਰ ਲੱਗੀ ਹੋਏਗੀ। ਇਹਨੂੰ ਨਾਲ ਹੀ ਸਟੱਡੀ ਇਹਦੀ ਬਣਤਰ ਦੇਖਣ ਵਾਸਤੇ ਅਸੀਂ ਕੀ ਕਰਾਂਗੇ, ਤੁਸੀਂ ਸ਼ਡਿਊਲ 2 ਖੋਲ੍ਹੋ ਹੁਣ, ਜਿਹੜਾ ਕਿ CRPC ਵਿੱਚ ਦਿੱਤਾ ਹੋਇਆ ਆਪਣਾ। ਉਹਦੇ 'ਚ ਫਾਰਮ ਨੰਬਰ 1 ਖੋਲ੍ਹੋ। ਫਾਰਮ ਨੰਬਰ 1 ਕਹਿੰਦਾ ਸਮਨਸ ਟੂ ਐਨ ਅਕਿਊਜ਼ਡ ਪਰਸਨ। ਓਪਨਿੰਗ ਲਾਈਨ 'ਚ ਹੀ ਉਹਨੇ ਦੱਸਤਾ ਕਿ ਜਿਹੜਾ ਕੋਈ ਦੋਸ਼ੀ ਵਿਅਕਤੀ ਹੋਏਗਾ ਉਹਨੂੰ ਜਿਹੜਾ ਸੰਮਨ ਇਸ਼ੂ ਹੋਏਗਾ ਉਹਦੀ ਬਣਤਰ ਕਿਸ ਤਰ੍ਹਾਂ ਹੋਏਗੀ। ਤਾਂ ਉਹ ਜਿਹੜੀ ਬਣਤਰ ਹੈ ਇਹਦੇ ਵਿੱਚ ਲਿਖੀ ਹੋਈ ਹੈ ਸੈਕਸ਼ਨ 61, ਇੱਥੇ ਨਿਸ਼ਾਨੀ ਲਗਾ ਲਓ। ਇਹ ਤੁਹਾਡੀ ਅੱਗੇ ਆਉਣ ਵਾਸਤੇ ਫਾਇਦਾ ਹੋਏਗਾ। ਹੁਣ ਇਹਦੇ ਨਾਲ ਹੀ ਇੱਕ ਸੈਕਸ਼ਨ ਹੋਰ ਹੈ, ਫਾਰਮ ਹੈਗਾ ਜੀ, ਫਾਰਮ ਹੈਗਾ ਨੰਬਰ 33 ਸੈਕਿੰਡ ਸ਼ਡਿਊਲ ਦੇ ਵਿੱਚ ਹੈਗਾ ਜੀ। ਇਹ 'ਚ ਹੈਗਾ ਸਮਨਸ ਟੂ ਵਿਟਨੈਸ। ਤਾਂ ਜਿਹੜਾ ਗਵਾਹ ਨੂੰ ਜਿਹੜੇ ਸੰਮਨ ਜਾਣੇ ਹੈਗੇ ਆ ਉਹ ਕਿਹਦੇ ਥੱਲੇ ਆਣਗੇ, ਫਾਰਮ ਨੰਬਰ 33 ਦੇ ਥੱਲੇ ਆਣਗੇ, ਉਹਦੇ ਨਾਲ ਚੱਲਣਗੇ। ਤਾਂ ਜਿਹੜਾ ਅਕਿਊਜ਼ ਨੂੰ ਆ ਉਹ 61 ਵਿੱਚ ਆ, ਔਰ ਇਹਦੇ ਨਾਲ ਸੈਕਸ਼ਨ ਹੈ ਜਿਹੜਾ ਇੱਕ ਹੋਰ ਸੈਕਸ਼ਨ 224 ਆਫ CRPC ਵੀ ਪੜਿਆ ਜਾਏਗਾ। ਸੈਕਸ਼ਨ ਜਿਹੜਾ 224 ਹੈ ਜੀ ਉਹ ਵੀ ਆਪਾਂ ਨਾਲ ਇਹਦੇ ਸਟੱਡੀ ਕਰਦੇ ਹਾਂ। ਟੂ 244 ਹੈ ਜੀ। ਹਾਂਜੀ, ਐਵੀਡੈਂਸ ਫॉर ਪ੍ਰੋਸੀਕਿਊਸ਼ਨ ਵੈਨ ਇਨ ਐਨੀ ਵਾਰੰਟ ਕੇਸ ਇੰਸਟੀਟਿਊਟਡ ਅਦਰ ਦੈਨ ਔਨ a police report, the accused appears or is brought before magistrate, the magistrate shall proceed to hear the prosecution and take all such evidence as may be produced in support of the prosecution। ਕਹਿੰਦਾ ਜਦੋਂ ਕਿਤੇ ਕੋਈ ਵਾਰੰਟ ਕੇਸ ਹੋਵੇ ਇੰਸਟੀਟਿਊਟਡ, ਜਿਹੜਾ ਕਿ ਪੁਲਿਸ ਰਿਪੋਰਟ ਦੇ ਉੱਤੇ ਆਧਾਰਿਤ ਨਹੀਂ ਹੈਗਾ, ਤਾਂ ਉਹਦੇ 'ਚ ਅਗਰ ਅਕਿਊਜ਼ਡ ਪਰਸਨ ਨੂੰ ਕੋਰਟ ਅਗਰ ਬੁਲਾਉਣਾ ਚਾਹੁੰਦੀ ਹੈਗੀ ਹੈ ਤਾਂ ਸੈਕਸ਼ਨ 244 ਥੱਲੇ ਉਹਨੂੰ ਸੰਮਨ ਕਰ ਸਕਦੀ ਹੈ। The magistrate, number subsection 2, the magistrate may on the application of the prosecution issue a summons to any of its witnesses। ਕਿਸੇ ਵੀ ਗਵਾਹ ਨੂੰ ਸੰਮਨ ਕਰ ਸਕਦੀ ਹੈਗੀ ਕੋਰਟ ਜੇਕਰ ਪ੍ਰੋਸੀਕਿਊਸ਼ਨ ਅਗਰ ਐਪਲੀਕੇਸ਼ਨ ਦੇ ਦਿੰਦਾ ਹੈ। Witness directing him to tend or to produce any document or thing। ਇਹਦਾ ਮਤਲਬ ਕੀ ਹੋਇਆ, ਸੈਕਸ਼ਨ 61 ਦੇ ਤਹਿਤ
ਅਤੇ ਸੈਕਸ਼ਨ 244 ਦੇ ਤਹਿਤ ਅਸੀਂ ਇਹ ਦੇਖਾਂਗੇ ਕਿ ਵਿਟਨੈਸ ਨੂੰ ਅਤੇ ਅਕਿਊਜ਼ਡ ਨੂੰ ਕਿਸ ਤਰ੍ਹਾਂ ਸੰਮਨ ਹੁੰਦਾ। ਇਹਦਾ ਜਿਹੜਾ ਫਾਰਮ ਨੰਬਰ 1 ਆ ਤੇ 33 ਆ, ਇਹ ਤੁਸੀਂ ਜ਼ਰੂਰ ਸਟੱਡੀ ਕਰਨਾ, ਨਾਲ ਸੈਕਸ਼ਨ 244। ਨੈਕਸਟ ਹੈ ਜੀ ਸੈਕਸ਼ਨ 62 ਸਮਨਸ ਹਾਊ ਸਰਵਡ। ਕਹਿੰਦਾ ਸੰਮਨ ਕਿਸ ਤਰ੍ਹਾਂ ਤਮੀਲ ਹੋਣਗੇ, ਕਿਸ ਤਰ੍ਹਾਂ ਦਿੱਤੇ ਜਾਣਗੇ। ਸਬ ਨੰਬਰ 1 ਸਬ ਸੈਕਸ਼ਨ ਐਵਰੀ ਸਮਨਸ, ਕਹਿੰਦਾ ਹਰ ਇੱਕ ਸੰਮਨ ਸ਼ੈਲ ਬੀ ਸਰਵਡ ਬਾਈ ਏ ਪੁਲਿਸ ਆਫਿਸਰ, ਇੱਕ ਪੁਲਿਸ ਆਫਿਸਰ ਦੇ ਦੁਆਰਾ, ਜਾਂ ਸਬਜੈਕਟ ਟੂ ਸੱਚ ਰੂਲਸ ਐਜ਼ ਦਾ ਸਟੇਟ ਗੌਰਮੈਂਟ ਮੇ ਮੇਕ ਇਨ ਦਿਸ ਬਿਹਾਫ, ਜਾਂ ਜੋ ਖੇਤਰੀ ਜਿਹੜੀ ਸਰਕਾਰ ਹੈਗੀ ਹੈ, ਰਾਜ ਸਰਕਾਰ ਹੈ, ਜੋ ਉਹ CRPC ਦੇ ਜਿਹੜੇ ਰੂਲ ਵਿੱਚ ਬਣਾਉਂਦੀ ਹੈ ਸੰਮਨਾਂ ਵਾਸਤੇ, ਤੇ ਜਾਂ ਉਹਦੇ ਤਹਿਤ ਦਿੱਤਾ ਜਾਊਗਾ ਉਸ ਨੂੰ। ਟੂ ਬਾਈ ਐਨ ਆਫਿਸਰ, ਕਿਸੇ ਵੀ ਆਫਿਸਰ, ਕਿਸੇ ਆਫਿਸਰ ਦੇ ਦੁਆਰਾ, ਆਫ ਦੀ ਕੋਰਟ ਇਸ਼ੂਇੰਗ ਇਟ, ਜਿਹੜੀ ਕੋਰਟ ਇਹਨੂੰ ਇਸ਼ੂ ਕਰਦੀ ਹੈਗੀ ਹੈ, ਔਰ ਅਦਰ ਪਬਲਿਕ ਸਰਵੈਂਟ, ਤਾਂ ਕਿਸੇ ਪਬਲਿਕ ਸਰਵੈਂਟ ਦੇ ਥਰੂ ਦਿੱਤਾ ਜਾਏਗਾ। ਉਹ ਕਹਿੰਦਾ ਸੰਮਨ ਹੁਣ ਕਿਸ ਤਰ੍ਹਾਂ ਸਰਵਿਸ ਜਿਹੜੇ ਸੰਮਨ ਹੋ ਸਕਦੇ ਆ, ਉਹ ਕਹਿੰਦਾ ਪੁਲਿਸ ਆਫਿਸਰ ਦੇ ਥਰੂ ਹੋ ਸਕਦੇ ਹੈ। ਸਟੇਟ ਗੌਰਮੈਂਟ ਅਗਰ ਕੋਈ ਨਿਯਮ ਬਣਾਉਂਦੀ ਹੈ ਤਾਂ ਉਹਦੇ ਥੱਲੇ ਕਿਸੇ ਆਫਿਸਰ ਨੂੰ ਦਿੱਤੇ ਜਾ ਸਕਦੇ ਹੈ। ਕਿਸੇ ਵੀ ਆਫਿਸਰ ਜਿਹੜਾ ਕੋਰਟ ਇਸ਼ੂ ਕਰਦੀ ਹੈ ਉਹਦਾ ਕੋਈ ਆਫਿਸਰ ਹੋਵੇ ਉਹਨੂੰ ਦਿੱਤੀ ਜਾ ਸਕਦੀ ਹੈ, ਜਾਂ ਕੋਈ ਅਗਰ ਪਬਲਿਕ ਸਰਵੈਂਟ ਹੈਗਾ ਤਾਂ ਉਹਦੇ ਥਰੂ ਵੀ ਸੰਮਨ ਹੈ ਜਿਹੜੇ ਤਮੀਲ ਕਰਾਏ ਜਾ ਸਕਦੇ ਹਨ। ਨੈਕਸਟ ਸਬ ਸੈਕਸ਼ਨ ਹੈ ਜੀ 2 ਦ ਸੰਮਨਸ ਸ਼ੈਲ ਇਫ ਪ੍ਰੈਕਟੀਕੇਬਲ, ਕਹਿੰਦਾ ਜੇਕਰ ਪ੍ਰੈਕਟੀਕੇਬਲ ਹੈ, ਬੀ ਸਰਵਡ ਪਰਸਨਲੀ ਔਨ ਦੀ ਪਰਸਨ ਸੰਮਨਡ, ਜਿਹੜਾ ਬੰਦੇ ਨੂੰ ਸੰਮਨ ਇਸ਼ੂ ਕੀਤੇ ਹੋਇਆ ਉਹਦੇ ਪਰਸਨਲੀ ਸੰਮਨ ਹੈ ਜਿਹੜੇ ਉਹ ਸਰਵ ਕਰਾਣੇ ਹੈ। ਬਾਈ ਡਿਲੀਵਰਿੰਗ, ਦੇਣੇ, ਟੈਂਡਰਿੰਗ ਟੂ ਹਿਮ, ਉਹਨੂੰ ਦੇ ਦਿੱਤੇ, ਔਨ ਦੀ ਡੁਪਲੀਕੇਟਸ ਆਫ ਦੀ ਸੰਮਨਸ। ਨੈਕਸਟ ਹੈ ਜੀ ਤੀਜਾ ਐਵਰੀ ਪਰਸਨ ਔਨ ਹੂਮ ਇਜ਼ ਸੰਮਨ ਇਜ਼ ਸੋ ਸਰਵਡ, ਕਹਿੰਦਾ ਹਰ ਇੱਕ ਉਹ ਬੰਦਾ ਜਿਹਨੂੰ ਕਿ ਸੰਮਨ ਨੂੰ ਸਰਵ ਕਰਾਇਆ ਜਾਂਦਾ, ਸ਼ੈਲ ਇਫ ਸੋ ਰਿਕੁਆਇਰਡ, ਅਗਰ ਜ਼ਰੂਰਤ ਪਏ, ਬਾਈ ਦੀ ਸਰਵਿੰਗ ਆਫਿਸਰ, ਸਰਵਿਸ ਜਿਹੜਾ ਕਰਵਾਉਣ ਗਿਆ ਆਫਿਸਰ, ਸਾਈਨ ਏ ਰਸੀਟ, ਇੱਕ ਰਸੀਦ ਸਾਈਨ ਕਰਵਾ ਲਏਗਾ, ਦੇਅਰ ਫਾਰ ਔਨ ਦੀ ਬੈਕ ਆਫ ਅਦਰ ਡੁਪਲੀਕੇਟ, ਜਿਹੜਾ ਦੂਸਰਾ ਡੁਪਲੀਕੇਟ ਕੋ ਸੰਮਨ ਹੋਏਗਾ ਉੱਤੇ ਉਹਦੇ ਸਾਈਨ ਕਰਵਾ ਲਏਗਾ ਕਿ ਹਾਂ ਵੀ ਮੈਂ ਅੱਜ ਸੰਮਨ ਜਿਹੜੇ ਰਿਸੀਵ ਕਰ ਲਏ ਹੈਗੇ ਆ, ਇਹ ਰਸੀਦ ਲੈਣੀ ਪਏਗੀ ਉਹਨੂੰ। ਠੀਕ ਹੈ ਜੀ। ਨੰਬਰ ਆ ਗਿਆ ਜੀ 63, ਇਹਦੇ 'ਚ ਅਸੀਂ ਕਰਦੇ ਪਏ ਹਾਂ ਜੀ ਸੈਕਸ਼ਨ 'ਚ ਸਰਵਿਸ ਆਫ ਸੰਮਨਸ, ਜਿਹੜੀ ਹੁਣ ਸਰਵਿਸ ਆਫ ਸੰਮਨਸ ਹੈਗੇ ਆ, ਅਗਰ ਕਹਿੰਦਾ ਕੋਈ ਸਰਕਾਰੀ ਕੋਈ ਕਾਰਪੋਰੇਸ਼ਨ ਆ ਜਾਂ ਕੋਈ ਹੋਰ ਕੋਈ ਸੁਸਾਇਟੀਆਂ ਹੈਗੀਆਂ ਤਾਂ ਉਹਦੇ ਵਿੱਚ ਸੰਮਨ ਜਿਹੜੇ ਕਿਸ ਤਰ੍ਹਾਂ ਸਰਵ ਕੀਤੇ ਜਾਣਗੇ। ਸਰਵਿਸ ਆਫ ਏ ਸੰਮਨਸ ਔਨ ਏ ਕਾਰਪੋਰੇਸ਼ਨ ਮੇ ਬੀ ਅਫੈਕਟਡ ਬਾਈ ਸਰਵਿੰਗ ਇਟ ਔਨ ਦੀ ਸੈਕਟਰੀ, ਜਿਹੜਾ ਕੋਈ ਸੈਕਟਰੀ ਹੋਏਗਾ, ਲੋਕਲ ਮੈਨੇਜਰ, ਜਿਹੜਾ ਉਹਦਾ ਲੋਕਲ ਮੈਨੇਜਰ ਹੋਏਗਾ, ਔਰ ਅਦਰ ਪ੍ਰਿੰਸੀਪਲ ਆਫਿਸਰ, ਹੋਰ ਜੇਕਰ ਉਹਦਾ ਕੋਈ ਮੁੱਖ ਜਿਹੜਾ ਕੋਈ ਅਫਸਰ ਹੈਗਾ ਉੱਥੋਂ ਦਾ, ਉਹਦੇ ਆਫ ਦਾ ਕਾਰਪੋਰੇਸ਼ਨ, ਜੋ ਉਸ ਕਾਰਪੋਰੇਸ਼ਨ ਦਾ, ਔਰ ਬਾਈ ਲੈਟਰ, ਜਾਂ ਕਹਿੰਦਾ ਸੰਮਨ ਜਿਹੜੇ ਸਰਵ ਹੋਣਗੇ ਉਹ ਸੈਕਟਰੀ ਦੇ, ਅਦਰ ਪ੍ਰਿੰਸੀਪਲ ਆਫਿਸਰ ਜਿਹੜਾ ਉਹ ਤੋਂ ਹੈੱਡ ਹੋਏਗਾ ਉਹਦੇ ਥਰੂ, ਜਾਂ ਬਾਈ ਲੈਟਰ ਸੈਂਟ ਬਾਈ ਰਜਿਸਟਰਡ ਪੋਸਟ, ਜਾਂ ਇੱਕ ਰਜਿਸਟਰਡ ਪੋਸਟ ਦੇ ਥਰੂ ਭੇਜੇ ਜਾਣਗੇ, ਅਡਰੈਸਡ ਟੂ ਦੀ ਚੀਫ ਆਫਿਸਰ, ਜਿਹੜਾ ਉੱਥੋਂ ਦੀ ਮਹਿਕਮੇ ਦਾ ਜਿਹੜਾ ਮੇਨ ਅਫਸਰ ਹੋਏਗਾ ਉਹਨੂੰ, ਆਫ ਦੀ ਕਾਰਪੋਰੇਸ਼ਨ ਇਨ ਇੰਡੀਆ, ਇਨ ਵਿਚ ਕੇਸ ਦਾ ਸਰਵਿਸ ਸ਼ੈਲ ਬੀ ਡੀਮਡ, ਤਾਂ ਉਹ ਜਿਹੜੀ ਸਰਵਿਸ ਉਹ ਕੰਪਲੀਟ ਮੰਨੀ ਜਾਏਗੀ। ਟੂ ਹੈਵ ਬੀਨ ਅਫੈਕਟਡ ਵੈਨ ਦਾ ਲੈਟਰ ਵੁੱਡ ਅਰਾਈਵ ਇਨ ਆਰਡੀਨਰੀ ਕੋਰਸ ਆਫ ਪੋਸਟ, ਤਾਂ ਜਦੋਂ ਪੋਸਟ ਦੇ ਥਰੂ, ਡਾਕ ਦੇ ਥਰੂ ਜਿਹੜੀ ਉਹ ਲੈਟਰ ਉਹ ਆਫਿਸਰ ਕੋ ਉਹਦੇ ਹੈੱਡ ਕੋਲ ਪਹੁੰਚ ਜਾਂਦੀ ਆ ਤਾਂ ਉਹ ਜਿਹੜਾ ਸਰਵਿਸ ਤਮੀਲ ਸਮਝਿਆ ਜਾਂਦਾ ਹੈ। ਤਾਂ ਇਹਦੇ ਵਿੱਚ ਕੀ ਉਹ ਕਹਿੰਦਾ ਵੀ ਜੇਕਰ ਸਰਵਿਸ ਆਫ ਸੰਮਨਸ ਔਨ ਕਾਰਪੋਰੇਟ ਬੋਡੀਜ਼ ਐਂਡ ਸੁਸਾਇਟੀਜ਼, ਜੇਕਰ ਕੋਈ ਕਾਰਪੋਰੇਟ ਬੋਡੀਜ਼ ਜਾਂ ਸੁਸਾਇਟੀਜ਼ ਹੈਗੀ ਹੈ ਤਾਂ ਜਿਹੜਾ ਉਹਨਾਂ ਦਾ ਮੁੱਖ ਅਫਸਰ ਹੋਏਗਾ ਉਹਨੂੰ ਅਗਰ ਸਰਵਿਸ ਰਿਸੀਵ ਕਰਵਾ ਲਏ ਜਾਂਦੇ ਆ ਸੰਮਨ, ਤਾਂ ਇਹਦਾ ਮਤਲਬ ਇਹ ਸਮਝਿਆ ਜਾਂਦਾ ਹੈ ਕਿ ਉਸ ਬੰਦੇ ਨੂੰ ਜਿਹੜੇ ਸੰਮਨ ਹੈਗੇ ਰਿਸੀਵ ਹੋ ਗਏ ਹੈਗੇ ਆ। ਜਾਂ ਜੇ ਬਾਈ ਪੋਸਟ ਦੇ ਥਰੂ ਭੇਜੇ ਜਾਂਦੇ ਤਾਂ ਜਿਸ ਦਿਨ ਨੂੰ ਲੈਟਰ ਰਿਸੀਵ ਹੋ ਜਾਂਦੀ ਹੈ ਤਾਂ ਉਹ ਜਿਹੜੇ ਸੰਮਨ ਹੈਗੇ ਰਿਸੀਵ ਮੰਨੇ ਜਾਣਗੇ। ਐਕਸਪਲੇਨੇਸ਼ਨ ਦਿੱਤੀ ਹੈ, ਇਹਨੇ ਐਕਟ ਦੱਸਿਆ ਜੀ। In this section, corporation means an incorporated company or other body, corporate and include a society registered under the Society Registration Act. So and so. Now, section 64. ਹੁਣ ਕੀ ਕਹਿੰਦਾ ਸਰਵਿਸ ਵੈਨ ਪਰਸਨਸ ਸਮਨਡ, ਜਦੋਂ ਕਹਿੰਦਾ ਕੋਈ ਵਿਅਕਤੀ ਨੂੰ ਕੋਈ ਸੰਮਨ ਇਸ਼ੂ ਕੀਤੇ ਆ, ਕੈਨ ਨੋਟ ਬੀ ਫਾਊਂਡ, ਉਹ ਬੰਦਾ ਲੱਭਦਾ ਹੀ ਨਹੀਂ ਹੈ ਵੀ ਹੈ ਕਿੱਥੇ ਹੈਗਾ ਉਹ। ਵੇਅਰ ਦਾ ਪਰਸਨ ਸਮਨਡ ਕੈਨ ਨੋਟ ਬਾਈ ਦੀ ਐਕਸਰਸਾਈਜ਼ ਆਫ ਡਿਊ ਡੈਲੀਜੈਂਸ, ਜਦੋਂ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਨਹੀਂ ਪਤਾ ਲੱਗਦਾ ਕਿ ਕਿੱਥੇ ਹੈ ਬੰਦਾ, ਬੀ ਫਾਊਂਡ ਦੀ ਸਮਨਸ ਮੇ ਬੀ ਸਰਵਡ ਬਾਈ ਲੀਵਿੰਗ ਵਨ ਆਫ ਦੀ ਡੁਪਲੀਕੇਟਸ ਫਾਰ ਹਿਮ ਵਿਦ ਸਮ ਅਡਲਟ ਮੇਲ ਮੈਂਬਰ ਆਫ ਹਿਜ਼ ਫੈਮਿਲੀ, ਤਾਂ ਉਹਦੀ ਜਿਹੜੇ ਬੰਦੇ ਨੂੰ ਸਰਵਿਸ ਜਿਹਦੇ ਸੰਮਨ ਸਰਵ ਕਰਾਉਣੇ ਹੈਗੇ ਆ,
ਜੇਕਰ ਉਹ ਬੰਦਾ ਨਹੀਂ ਲੱਭਦਾ ਹੈਗਾ ਤਾਂ ਉਹਦੇ ਘਰ ਦੇ ਵਿੱਚ ਅਗਰ ਕੋਈ ਮੇਲ ਮੈਂਬਰ ਹੈਗਾ ਉਹਦੇ ਕੋਲੋਂ ਸਰਵਿਸ ਕਰਵਾਈ ਜਾ ਸਕਦੀ ਹੈ, ਉਹ ਮੰਨਿਆ ਜਾਏਗਾ। ਰਿਜ਼ਾਈਡਿੰਗ ਵਿਦ ਹਿਮ, ਉਹਦੇ ਨਾਲ ਰਹਿੰਦਾ ਹੋਵੇ। ਐਂਡ ਦੀ ਪਰਸਨ ਵਿਦ whom the summon is so left, ਦੁਬਾਰਾ, and the person with whom the summons is so left shall, if so required by the serving officer, sign a receipt therefore on the back of the other duplicate। ਤਾਂ ਜਦੋਂ ਉਹ ਸਰਵਿਸ ਉਸ ਮੇਲ ਮੈਂਬਰ ਕੋਲੋਂ ਕਰਵਾ ਲੇਗਾ ਤਾਂ ਉਹ ਡੁਪਲੀਕੇਟ ਜਿਹੜਾ ਸੰਮਨ ਹੈਗਾ ਉਹਦੇ ਪਿੱਛੇ ਵੀ ਉਹਦੇ ਰਿਸੀਵਿੰਗ ਦੇ ਸਾਈਨ ਕਰਵਾਏਗਾ, ਦਸਤਖਤ ਕਰਵਾ ਲਏਗਾ। ਠੀਕ ਹੈ ਜੀ, ਇਹਦਾ ਮਤਲਬ ਇਹ ਹੋਇਆ ਕਿ ਜੇਕਰ ਕੋਈ ਬੰਦਾ ਨਹੀਂ ਲੱਭਦਾ, ਸੈਕਸ਼ਨ 64 ਸਾਨੂੰ ਇਹ ਦੱਸਦਾ ਤਾਂ ਉਸ ਬੰਦੇ ਦੇ ਜਿਹੜੇ ਘਰ ਦੇ ਹੋਣਗੇ ਉਹਨਾਂ ਵਿੱਚੋਂ ਜਿਹੜਾ ਕੋਈ ਮੇਲ ਮੈਂਬਰ ਹੋਏਗਾ ਉਹਦੇ ਕੋਲੋਂ ਜਿਹੜੇ ਸਾਈਨ ਹੈਗੇ ਆ ਡੁਪਲੀਕੇਟ, ਉਹ ਉਸ ਕੋਲੋਂ ਸੰਮਨ ਜਿਹੜੇ ਸਰਵਿਸ ਜਿਹੜੇ ਘਰ ਆਏ ਜਾਣਗੇ ਅਤੇ ਉਹ ਮੰਨੇ ਜਾਣਗੇ ਕਿ ਸਰਵਿਸ ਕੰਪਲੀਟ ਹੋ ਗਈ ਹੈਗੀ ਹੈ। ਤਾਂ ਉਹਦੀ ਡੁਪਲੀਕੇਟ ਜਿਹੜਾ ਸਰਵਿਸ ਕਰਵਾਉਣ ਗਿਆ ਬੰਦਾ ਉਹਦੇ ਕੋਲ ਜਿਹੜਾ ਸੰਮਨ ਹੋਏਗਾ ਉਹਦੇ ਤੋਂ ਉਹਦੀ ਰਸੀਦ ਵੀ ਲੈ ਸਕਦਾ ਹੈ। ਐਕਸਪਲੇਨੇਸ਼ਨ ਕਹਿੰਦਾ ਇਹ ਸਰਵੈਂਟ ਇਜ਼ ਨੋਟ ਮੈਂਬਰ ਆਫ ਦੀ ਫੈਮਿਲੀ ਵਿਦ ਇਨ ਦੀ ਮੀਨਿੰਗ ਆਫ ਦ ਸੈਕਸ਼ਨ। ਹਾਂ, ਜੇਕਰ ਕਿਸੇ ਘਰ ਦੇ ਫੈਮਿਲੀ ਵਿੱਚ ਕੋਈ ਨੌਕਰ ਅਗਰ ਕੋਈ ਕੰਮ ਕਰਦਾ ਉਹ ਮੇਲ ਵੀ ਹੈਗਾ ਵਾ ਤਾਂ ਵੀ ਜਿਹੜਾ ਹੈਗਾ ਉਹ ਸੰਮਨ ਰਿਸੀਵ ਨਹੀਂ ਮੰਨੇ ਜਾਣਗੇ। ਸਿਰਫ ਫੈਮਿਲੀ ਮੈਂਬਰ ਦਾ ਹੀ ਕੋਈ ਵਿਅਕਤੀ ਹੋਵੇ ਤਾਂ ਹੀ ਉਹਦੇ ਜਿਹੜੇ ਸੰਮਨ ਆ ਉਹ ਰਿਸੀਵ ਮੰਨੇ ਜਾਣਗੇ। ਹੁਣ ਅਗਰ ਸੈਕਸ਼ਨ 65 ਇੱਥੇ ਹੁਣ ਕੀ ਹੈ, ਇੱਥੇ ਉਹ ਪ੍ਰੋਸੀਜਰ ਡਿਸਕਸ ਕਰਨ ਲੱਗਾ ਸਾਡੇ ਨਾਲ। ਪ੍ਰੋਸੀਜਰ ਵੈਨ ਸਰਵਿਸ ਕੈਨ ਨੋਟ ਬੀ ਇਫੈਕਟਡ ਐਜ਼ ਬਿਫੋਰ ਪ੍ਰੋਵਾਈਡਡ। ਕਹਿੰਦਾ ਜੇ ਪਹਿਲਾਂ ਜਿੱਦਾਂ ਕਿਹਾ ਗਿਆ ਹੈਗਾ ਕਿ ਸਰਵਿਸ ਕਰਾਉਣ ਲਈ ਬੰਦਾ ਗਿਆ, ਨਹੀਂ ਮਿਲਿਆ, ਘਰੇ ਫੈਮਿਲੀ ਮੈਂਬਰ ਇੱਕ ਮੇਲ ਮੈਂਬਰ ਮਿਲ ਗਿਆ, ਉਹਦੇ ਥਰੂ ਸਰਵਿਸ ਸਮਨ ਕਰਾ ਲਈ, ਜਾਂ ਕੋਈ ਕਾਰਪੋਰੇਟ ਬੋਡੀ ਆ ਉਹ ਕਰਵਾ ਲਈ। ਕਹਿੰਦਾ ਜੇਕਰ ਇਹ ਸਾਰਾ ਕੁਝ ਵੀ ਨਹੀਂ ਹੁੰਦਾ ਫਿਰ ਕੀ ਹੋਊਗਾ? ਇਨ ਸਰਵਿਸ ਕੈਨ ਨੋਟ ਬਾਈ ਦੀ ਐਕਸਰਸਾਈਜ਼ ਆਫ ਡਿਊ ਡੈਲੀਜੈਂਸ ਆਫ ਇਫੈਕਟਡ ਐਜ਼ ਪ੍ਰੋਵਾਈਡਡ ਇਨ ਸੈਕਸ਼ਨ 62, ਸੈਕਸ਼ਨ 63 ਔਰ ਸੈਕਸ਼ਨ 64 ਦੀ ਸਰਵਿੰਗ ਆਫਿਸਰ ਸ਼ੈਲ। ਇੱਥੇ ਕੀ ਕਰੇਗਾ, ਜਿਹੜਾ ਸਰਵਿੰਗ ਆਫਿਸਰ ਆ ਜਿਹੜਾ ਗਿਆ ਉੱਥੇ ਸੰਮਨ ਸਰਵਿਸ ਕਰਾਉਣ ਵਾਸਤੇ, ਉਹ ਫਿਕਸ ਕਰੇਗਾ, ਉੱਥੇ ਚਪਕੇ ਦੇਗਾ ਵਨ ਆਫ ਦੀ ਡੁਪਲੀਕੇਟਸ ਆਫ ਦੀ ਸੰਮਨਸ ਟੂ ਸਮ ਕਨਸਪੀਸ਼ੀਅਸ ਪਾਰਟ ਆਫ ਦੀ ਹਾਊਸ ਔਰ ਹੋਮਸਟੈਡ ਇਨ ਵਿਚ ਦੀ ਪਰਸਨ ਸੰਮਨਡ ਆਰਡੀਨਰੀ ਰਿਜ਼ਾਈਡ। ਤਾਂ ਉਹ ਜਿਹੜਾ ਬੰਦਾ ਜਿਹੜੇ ਸੰਮਨ ਗਏ ਆ, ਜਿਹਦੇ ਵਾਸਤੇ ਸੰਮਨ ਗਏ ਆ, ਜਿਸ ਘਰ ਵਿੱਚ ਉਹ ਰਹਿੰਦਾ ਵਾ, ਤਾਂ ਉਹਦੇ ਉਹ ਘਰ ਦੇ ਜਿੱਥੇ ਹੈਗਾ ਵਾ ਉੱਥੇ ਉਹਦੇ ਕਿਸੇ ਵੀ ਘਰ ਦੇ ਪਾਰਟ ਦੇ ਉੱਥੇ ਘਰ 'ਤੇ ਜਿਹੜਾ ਹੈਗਾ ਵਾ ਉਹ ਇੱਕ ਉਹਦਾ ਡੁਪਲੀਕੇਟ ਜਿਹੜਾ ਸੰਮਨ ਦਾ ਕਾਪੀ ਹੈਗੀ ਉਹ ਫਿਕਸ ਕਰ ਦੇਗਾ, ਉਹਨੂੰ ਲਗਾ ਦੇਗਾ। The person summoned ordinarily reside and thereupon the court after making such inquiry as it thinks fit may either declare that the summons has been duly served or order fresh service in such manner as it considers proper। ਤਾਂ ਫਿਰ ਉਸ ਤੋਂ ਬਾਅਦ ਜਿਹੜੀ ਕੋਰਟ ਹੈਗੀ ਆ ਉਹ ਇਨਕੁਆਇਰੀ ਕਰ ਸਕਦੀ ਹੈ ਕਿ ਹਾਂ ਬਈ ਇਹ ਬੰਦਾ ਉੱਥੇ ਗਿਆ ਸੀਗਾ ਸਰਵਿਸ ਕਰਾਉਣ, ਇਹਨੇ ਉੱਥੇ ਪੁੱਛ ਗਿੱਛ ਕੀਤੀ ਆ ਔਰ ਉੱਥੇ ਸੰਮਨ ਲਾਇਆ। ਜੇਕਰ ਕੋਰਟ ਸੈਟਿਸਫਾਈ ਹੋ ਜਾਂਦੀ ਹੈਗੀ ਹੈ ਤਾਂ ਉਹ ਜਿਹੜੀ ਸਰਵਿਸ ਮੰਨੀ ਜਾਏਗੀ, ਜੇ ਨਹੀਂ ਹੁੰਦੀ ਤਾਂ ਉਹ ਦੁਬਾਰਾ ਕੋਰਟ ਜਿਹੜੀ ਸੰਮਨ ਇਸ਼ੂ ਕਰ ਦੇਗੀ। ਹੁਣ ਆ ਗਿਆ ਜੀ ਸੈਕਸ਼ਨ 66 ਸਰਵਿਸ ਔਨ ਗਵਰਨਮੈਂਟ ਸਰਵੈਂਟ। ਹੁਣ ਤੇ ਗਵਰਨਮੈਂਟ ਸਰਵੈਂਟ ਦੀ ਗੱਲ ਕਰ ਰਿਹਾ, ਉੱਥੇ ਕਾਰਪੋਰੇਸ਼ਨ ਤੇ ਸੁਸਾਇਟੀਜ਼ ਗੱਲ ਕਰ ਰਿਹਾ ਸੀ, ਇੱਥੇ ਹੁਣ ਗਵਰਨਮੈਂਟ ਸਰਵੈਂਟ ਦੀ ਗੱਲ ਕਰ ਰਿਹਾ। ਨੰਬਰ 1 ਸਬਸੈਕਸ਼ਨ ਵੇਅਰ ਦੀ ਪਰਸਨ ਸਮਨਡ ਇਜ਼ ਇਨ ਐਕਟਿਵ ਸਰਵਿਸ। ਇੱਥੇ ਆਪਾਂ ਚੀਜ਼ ਯਾਦ ਰੱਖਣੀ ਹੈ ਕਿ ਇਹ ਐਕਟਿਵ ਸਰਵਿਸ ਹੈ, ਇਹ ਸਰਵਿਸ ਹਾਲੇ ਬੰਦਾ ਕਰ ਰਿਹਾ ਹੈਗਾ of the government ਸਰਕਾਰ ਦੀ। the court issuing the summons shall ordinarily send if in duplicate to the head of the office। ਤਾਂ ਜਿਹੜੇ ਸੰਮਨ ਹੈਗੇ ਆ ਉਹ ਕੋਰਟ ਆ ਜਿਹੜੀ ਉੱਥੋਂ ਦਾ ਜਿਹੜਾ ਹੈੱਡ ਹੋਏਗਾ ਡਿਪਾਰਟਮੈਂਟ ਦਾ ਜਾਂ ਆਫਿਸ ਦਾ, ਉਹਨੂੰ ਉਹ ਸੰਮਨ ਭੇਜ ਸਕਦੀ ਹੈਗੀ ਹੈ। ਇਨ ਵਿਚ ਸੱਚ ਪਰਸਨ ਇਜ਼ ਇੰਪਲੋਇਡ, ਜਿੱਥੇ ਉਹ ਬੰਦਾ ਕੰਮ ਕਰਦਾ ਪਿਆ। ਐਂਡ ਸੱਚ ਹੈਡ ਸ਼ੈਲ ਦੇਅਰਪੋਨ ਕਾਜ਼ ਦੀ ਸੰਮਨਸ ਟੂ ਬੀ ਸਰਵਡ in the manner provided by section 62 and shall return it to the court under this signature with endorsement required by that section। ਤਾਂ ਕੀ ਹੋਏਗਾ ਕਿ ਜਿਹੜਾ ਉਹ ਮੇਨ ਹੈੱਡ ਆਫਿਸ ਦਾ ਹੈੱਡ ਹੋਏਗਾ ਉਹਨੂੰ ਰਿਸੀਵ ਕਰ ਲੇਗਾ, ਤੁਹਾਡੇ ਸੰਮਨ ਡੀਮ ਮੰਨੇ ਜਾਣਗੇ, ਤਾਂ ਜਿਹੜਾ ਉਹਦੇ ਪਿੱਛੇ ਸੰਮਨ ਦਾ ਪਿੱਛੇ ਇੰਡੋਰਸਮੈਂਟ ਉਹ ਆਫਿਸਰ ਕਰਕੇ ਭੇਜ ਦੇਗਾ। ਨੰਬਰ 2 ਸੱਚ ਸਿਗਨੇਚਰ ਸ਼ੈਲ ਬੀ ਐਵੀਡੈਂਸ ਆਫ ਡਿਊ ਸਰਵਿਸ। ਤਾਂ ਜਿਹੜੇ ਉਹਦੇ ਸਿਗਨੇਚਰ ਹੋਣਗੇ ਉਹ ਪਿੱਛੇ ਜਿਹੜੀ ਸੀਟ ਉਹਨੇ ਸਾਈਨ ਕੀਤੀ ਇੰਡੋਰਸਮੈਂਟ ਕੀਤਾ ਤਾਂ ਗਵਾਹੀ ਦੇ ਤੌਰ 'ਤੇ ਮੰਨੇ ਜਾਣਗੇ। ਹਾਂਜੀ, ਹੁਣ ਆ ਗਿਆ ਜੀ ਸੈਕਸ਼ਨ 67 ਕਹਿੰਦਾ ਸਰਵਿਸ ਆਫ ਸੰਮਨ ਆਊਟਸਾਈਡ ਲੋਕਲ ਲਿਮਿਟਸ। ਕਹਿੰਦਾ ਹੁਣ ਜਿਹੜੇ ਸਰਵਿਸ ਸੰਮਨ ਕਰਾਉਣੇ ਆ ਉਹ ਜਿਹੜੀ ਬੰਦਾ ਵਾ ਉਹ ਉਸ ਡਿਸਟ੍ਰਿਕਟ ਤੋਂ ਬਾਹਰ ਰਹਿੰਦਾ ਪਿਆ ਵਾ ਜਾਂ ਉਸ ਏਰੀਏ ਤੋਂ ਬਾਹਰ ਰਹਿੰਦਾ ਪਿਆ, ਤਾਂ ਕੀ ਕਰਾਂਗੇ ਆਪਾਂ ਦੀ ਵੈਨ ਜਾਂ ਸਟੇਟ ਤੋਂ ਬਾਹਰ। ਵੈਨ ਏ ਕੋਰਟ ਡਿਜ਼ਾਇਰਸ ਦੈਟ ਸੰਮਨਸ ਇਸ਼ੂਡ ਬਾਈ ਇਟ ਸ਼ੈਲ ਬੀ ਸਰਵਡ ਐਟ ਐਨੀ ਪਲੇਸ ਆਊਟਸਾਈਡ ਇਟਸ ਲੋਕਲ ਜੂਰਿਸਡਿਕਸ਼ਨ। ਜਦੋਂ ਵੀ ਕੋਈ ਸੰਮਨ ਹੈ ਜੇਕਰ ਕੋਰਟ ਦੀ ਆਪਣੇ ਖੇਤਰ ਤੋਂ ਬਾਹਰ
ਇਸ਼ੂ ਕਰਨੇ ਹੈਗੇ ਉਹਨੂੰ, it shall ordinarily send such summons in duplicate to magistrate within whose local jurisdiction the person summoned reside or is to be there served। ਤਾਂ ਕੋਰਟ ਕੀ ਕਰੇਗੀ, ਉਸ ਏਰੀਏ ਦੇ ਜਿਹੜਾ ਕੋਰਟ ਹੋਏਗੀ ਉਹਨੂੰ ਉਹ ਸੰਮਨ ਸੈਂਡ ਕਰ ਦਿੱਤੇ ਜਾਣਗੇ। ਤਾਂ ਜਿਹੜੀ ਉਹ ਕੋਰਟ ਉੱਥੋਂ ਦੀ ਜੂਰਿਸਡਿਕਸ਼ਨ ਦੀ ਹੋਏਗੀ ਉਹ ਐਜ਼ ਇਟ ਇਜ਼ ਸਰਵਿਸ ਹੈ ਜਿਹੜੀ ਕੰਪਲੀਟ ਕਰਵਾਏਗੀ। ਸੈਕਸ਼ਨ 65 proof of service। proof of service in such cases and when serving officer not present। ਕਹਿੰਦਾ ਮੰਨ ਲਓ ਹੁਣ ਸਰਵਿੰਗ ਆਫਿਸਰ ਨੇ ਜਾ ਕੇ ਉੱਥੇ ਗਿਆ, ਜਾ ਕੇ ਉੱਥੇ ਸਾਰਾ ਕੁਝ ਕਰਵਾ ਲਿਆਂਦਾ, ਸਰਵਿਸ ਕਰਵਾ ਲਈ ਕੰਪਲੀਟ, ਪਰ ਗੱਲ ਇਹ ਆ ਗਈ ਕਿ ਮੰਨ ਲਓ ਸਰਵਿੰਗ ਆਫਿਸਰ ਉੱਥੇ ਨਹੀਂ ਪਹੁੰਚ ਸਕਦਾ ਕੋਰਟ 'ਚ, ਤਾਂ ਕੀ ਹੋਏਗਾ? ਤਾਂ ਉਹ ਕੀ ਕਰੇਗਾ? ਪ੍ਰੂਫ, ਉਹਦਾ ਸਬੂਤ ਕੀ ਹੋਏਗਾ? ਨੰਬਰ 1, ਵੈਨ ਏ ਸਮਨਸ issued by a court is served outside its local jurisdiction। ਜਦੋਂ ਕੋਰਟ ਦੀ ਲੋਕਲ ਜੂਰਿਸਡਿਕਸ਼ਨ ਤੋਂ ਬਾਅਦ ਸਰਵਿਸ ਜਿਹੜੀ ਹੈਗੀ ਉਹ ਕੰਪਲੀਟ ਹੁੰਦੀ ਹੈ, ਤਾਂ ਇਨ ਐਨੀ ਕੇਸ ਵੇਅਰ ਦਾ ਆਫਿਸਰ ਹੂ ਹੈਜ਼ ਸਰਵਡ ਏ ਸਮਨ ਇਜ਼ ਨੋਟ ਪ੍ਰੈਜ਼ੈਂਟ। ਕਹਿੰਦਾ ਪਹਿਲਾਂ ਲੋਕਲ ਜੂਰਿਸਡਿਕਸ਼ਨ ਆ ਗਿਆ, ਫਿਰ ਉਹਨੇ ਕੌਮਾ ਪਾ ਤਾਂ ਨਾਲ ਲਿਖਤਾ ਕਿ ਕਿਸੇ ਵੀ ਕੇਸ ਵਿੱਚ ਜਿੱਥੇ ਜਿਹੜਾ ਅਫਸਰ ਹੈਗਾ ਸਰਵਿਸ ਕਰਾਈ ਹੈ ਉਹਨੇ ਸਮਨ ਦੀ, ਨੋਟ ਪ੍ਰੈਜ਼ੈਂਟ ਐਟ ਦੀ ਹੀਅਰਿੰਗ ਆਫ ਦੀ ਕੇਸ, ਜਦੋਂ ਕੇਸ ਦੀ ਸੁਣਵਾਈ ਹੁੰਦੀ ਉਹ ਨਹੀਂ ਪਹੁੰਚਦਾ ਹੈਗਾ। ਐਨ ਐਫੀਡੇਵਿਟ, ਹੇਅਰ ਇਜ਼ ਇੰਪੋਰਟੈਂਟ ਥਿੰਗ ਇਜ਼ ਐਨ ਐਫੀਡੇਵਿਟ। ਤਾਂ ਕੀ ਕਰੇਗਾ ਉੱਥੇ ਐਫੀਡੇਵਿਟ ਦੇ ਦਿੱਤਾ ਜਾਏਗਾ by the person who served the summon, purporting to be made before a magistrate that such summons has been served, and a duplicate of the summons purporting to be endorsed bracket in the manner provided by section 62 section 64 by the person to whom it was delivered or tendered or to whom it was left shall admissible in evidence। ਤਾਂ ਉਹ ਗਵਾਹੀ ਦੇ ਵਿੱਚ ਮੰਨਿਆ ਜਾਏਗਾ, ਪਰ ਉਹਦੇ ਨਾਲ ਉਹਨੂੰ ਐਫੀਡੇਵਿਟ ਦੇ ਕੀ ਅਟੈਚ ਕਰਨਾ ਪਏਗਾ? ਉਹਨੂੰ ਜਿਹੜਾ ਡੁਪਲੀਕੇਟ ਸੰਮਨ ਤੇ ਰਸੀਟ ਕਰਾਈ ਆ ਉਹ ਨਾਲ ਅਟੈਚ ਕਰਨੀ ਪਏਗੀ। ਠੀਕ ਹੈ ਜੀ। ਐਂਡ ਦਾ ਸਟੇਟਮੈਂਟਸ ਮੇਡ, ਤੇ ਜਿਹੜੇ ਗਵਾਹੀਆਂ ਮੇਡ ਦੇਅਰ ਇਨ ਸ਼ੈਲ ਬੀ ਡੀਮਡ ਟੂ ਬੀ ਕਰੈਕਟ ਅਨਲੈਸ ਐਂਡ ਅੰਟਿਲ ਕੰਟਰਰੀ ਟੂ ਪ੍ਰੂਵਡ। ਤਾਂ ਕਹਿੰਦਾ ਜਿਹੜਾ ਉੱਥੇ ਕੋਈ ਬਿਆਨ ਹੈ ਜਾਂ ਕੁਝ ਵੀ ਹੈਗਾ ਉਹ ਤਦ ਤੱਕ ਸਹੀ ਮੰਨਿਆ ਜਾਏਗਾ ਜਦ ਤੱਕ ਇਹਦੇ ਖਿਲਾਫ ਕੋਈ ਹੋਰ ਨਾ ਬੋਲੇ ਜਾਂ ਕਹੇ ਨਾ ਕਿ ਇਹ ਗਲਤ ਹੈ ਜੀ। ਹੁਣ ਇਹਨੇ ਕੀ ਕਿਹਾ ਕਿ ਪ੍ਰੂਫ ਕੀ ਹੋਏਗਾ ਸਰਵਿਸ ਦਾ? ਤਾਂ ਉਹਦੇ ਵਿੱਚ ਕੀ ਹੈ ਕਿ ਕੋਈ ਵੀ ਜਿਹੜਾ ਆਫਿਸਰ ਹੈਗਾ ਉਹ ਆਪਣਾ ਜਿਹੜਾ ਆਊਟ ਆਫ ਜੂਰਿਸਡਿਕਸ਼ਨ ਹੈਗਾ ਵਾ ਕੋਰਟ ਤੋਂ, ਜਾਂ ਜਿਹੜਾ ਕੋਈ ਵੀ ਆਫਿਸਰ ਹੈਗਾ ਉਹ ਆਪਣੇ ਇੱਕ ਐਫੀਡੇਵਿਟ ਕੋਰਟ 'ਚ ਪੇਸ਼ ਕਰ ਦੇਗਾ ਕਿ ਮੈਂ ਸਰਵਿਸ ਕਰਾ ਲਿਆਂਦੀ ਹੈ, ਤਾਂ ਉਹਦੇ ਨਾਲ ਉਹ ਅਟੈਚ ਕਰ ਦੇਗਾ ਜੀ ਆਪਣੇ ਜਿਹੜੇ ਡੁਪਲੀਕੇਟ ਸਰਵਿਸ ਸੰਮਨ ਹੈ ਤੇ ਉਹਦੀ ਕਾਪੀ ਜਿੱਤੇ ਕਿ ਇੰਡੋਰਸਮੈਂਟ ਸਾਈਨ ਰਸੀਟ ਹੋਏ ਪਏ ਹੈਗੇ। Subsection 2, the affidavit mentioned in this section may be attached to the duplicate of the summons and returned to the court। ਤਾਂ ਕੋਰਟ ਨੂੰ ਦੇ ਦੇਗਾ ਸੰਮਨ ਜੋ ਵੀ ਸਰਵ ਕਰਾ ਕੇ ਲਾਇਆ ਉਹ ਡੁਪਲੀਕੇਟ। ਹੁਣ ਆ ਗਿਆ ਜੀ ਸੈਕਸ਼ਨ 69 ਕੀ ਕਹਿੰਦਾ? ਕਹਿੰਦਾ ਸਰਵਿਸ ਆਫ ਸਮਨਸ ਔਨ ਵਿਟਨੈਸ। ਹੁਣ ਕੋਈ ਗਵਾਹ ਵਾ ਕਿਸੇ ਕੇਸ ਦੇ ਵਿੱਚ ਹੈਗਾ, ਤਾਂ ਉਹਨੂੰ ਕੀ ਕਰਦਾ ਪਿਆ? ਉਹ ਬਾਈ ਪੋਸਟ ਕੋਰਟ ਸੰਮਨ ਭੇਜਦੀ ਪਈ ਹੈਗੀ ਹੈ। Subsection 1, notwithstanding anything contained in the preceding sections of this chapter, a court issuing a summon to a witness may, in addition to and simultaneously with the issue of such summon, direct a copy of the summons to be served by the registered post addressed to the witness at the place where the ordinarily reside or carries on business or personally works for gain। ਜਿੱਥੇ ਬੰਦਾ ਕੋਈ ਬਿਜ਼ਨਸ ਕਰ ਰਿਹਾ ਹੈਗਾ ਵਾ ਜਾਂ ਕੋਈ ਪਰਸਨਲ ਕੋਈ ਕੰਮ ਕਰਦਾ ਪਿਆ ਹੈਗਾ ਆਪਣਾ, ਤਾਂ ਉਸ ਗਵਾਹ ਨੂੰ ਜਿੱਥੇ ਉਹ ਰਹਿ ਰਿਹਾ ਹੈਗਾ ਇਹਨਾਂ ਥਾਵਾਂ ਦੇ ਉੱਤੇ ਬਾਈ ਪੋਸਟ ਦੇ ਥਰੂ ਸੰਮਨ ਜਿਹੜੇ ਇਸ਼ੂ ਕਰਵਾਏ ਜਾ ਸਕਦੇ ਆ ਉਹ ਉਹਨੂੰ ਦਿੱਤੇ ਜਾਣਗੇ। ਠੀਕ ਹੈ ਜੀ। ਨੰਬਰ 2, Subsection, when an acknowledgement, ਜਦੋਂ ਕਹਿੰਦਾ ਕੋਈ ਰਸੀਦ purporting to be signed by the witness or an endorsement purporting to be made by postal employee ਜਾਂ ਕੋਈ postal employee that the witness refused to take such delivery of summons has been received, the court issuing the summons may declare that the summon has been duly served। ਤਾਂ subsection 2 ਕੀ ਕਹਿੰਦਾ ਕਿ ਜੇਕਰ ਸੰਮਨ ਇਸ਼ੂ ਕੀਤੇ ਗਏ ਬਾਈ ਪੋਸਟ ਜਾਂਦੇ ਆ, ਪੋਸਟਮੈਨ ਲਿਖ ਦਿੰਦਾ ਹੈ, ਪਿੱਛੇ ਰਿਪੋਰਟ ਕਰ ਦਿੰਦਾ ਹੈ ਕਿ ਜੀ ਗਵਾਹ ਨੇ ਸੰਮਨ ਲੈਣ ਤੋਂ ਇਨਕਾਰ ਹੀ ਕਰ ਦਿੱਤਾ, ਤਾਂ ਕੋਰਟ ਕੀ ਕਹਿੰਦੀ ਹੈ? ਕੋਰਟ ਕਹਿੰਦੀ ਹੈ ਕਿ ਜੀ ਉਹ ਜਿਹੜੇ ਸੰਮਨ ਹੈਗੇ ਆ ਉਹ ਮੰਨੇ ਜਾਣਗੇ ਕਿ ਹਾਂਜੀ ਇਹਦੀ ਜਿਹੜੀ ਸਰਵਿਸ ਉਹ ਕੰਪਲੀਟ ਸਮਝੀ ਜਾਏਗੀ। ਠੀਕ ਹੈ ਜੀ। ਨੈਕਸਟ ਆ ਗਿਆ ਜੀ ਸਾਡੇ ਕੋਲ, ਹਾਂਜੀ ਹੁਣ ਇਹ ਸੀਗਾ ਸਾਰੇ ਦਾ ਸਾਰਾ ਕੁਝ ਕਿ ਪ੍ਰੋਸੈਸ ਟੂ ਕੰਪੈਲ ਅਪੀਅਰੈਂਸ CR। ਹੁਣ ਆਪਣੇ ਸੈਕਸ਼ਨ ਜਿਹੜੇ ਸੰਮਨ ਵਾਲੇ ਉਹ ਕਵਰ ਹੋ ਗਏ। ਨੈਕਸਟ ਜਿਹੜਾ ਅਸੀਂ ਚੈਪਟਰ ਕਰਾਂਗੇ ਉਹ ਹੋਏਗਾ ਸਾਡਾ ਵਾਰੰਟ ਆਫ ਅਰੈਸਟ, ਕਿ ਵਾਰੰਟ ਆਫ ਅਰੈਸਟ ਕਿਸ ਤਰ੍ਹਾਂ ਇਸ਼ੂ ਹੁੰਦੇ ਆ। ਹੁਣ ਇਹ ਥੋੜ੍ਹਾ ਜਿਹਾ ਮੈਂ ਤੁਹਾਨੂੰ ਇੱਕ ਗੱਲ ਬੜੀ ਕਲੀਅਰ ਕਰ ਦੇਵਾਂ ਕਿ ਜਿਹੜਾ ਵਾਰੰਟ ਆਫ ਅਰੈਸਟ ਦਾ ਜਿਹੜਾ ਸੈਕਸ਼ਨ 70 ਹੈਗਾ ਔਰ ਸੈਕਸ਼ਨ 61 ਜਿਹੜਾ ਹੈਗਾ ਸੰਮਨ ਦਾ, ਇਹਨਾਂ ਦੋਵਾਂ 'ਚ ਬਹੁਤ ਡਿਫਰੈਂਸ ਹੈਗਾ। ਇਹਨਾਂ ਦੇ ਬੇਅਰ ਰੀਡਿੰਗ ਦੇ ਵਿੱਚ ਹੀ ਬਹੁਤ ਜ਼ਿਆਦਾ ਫਰਕ ਹੈਗਾ ਵਾ।
ਇਹ ਤੁਹਾਨੂੰ ਮੈਂ ਨੈਕਸਟ ਨਾਲ ਇਹਦਾ ਡਿਫਰੈਂਸ ਕਰਵਾਊਂਗਾ ਔਰ ਨਾਲ ਇਹਦੇ ਤੁਹਾਨੂੰ ਵਾਰੰਟ ਆਪਾਂ ਸ਼ੁਰੂ ਕਰਾਂਗੇ। ਹੁਣ ਇਹ ਸੀਗਾ ਸਾਡਾ ਸੰਬੰਧ ਕੇਸ। ਸੰਬੰਧ ਜਿਹੜੇ ਹੈ ਕਿਸ ਤਰ੍ਹਾਂ ਇਸ਼ੂ ਹੁੰਦੇ ਹੈ, ਉਹਦੀ ਬਣਤਰ ਕਿਸ ਤਰ੍ਹਾਂ ਹੈ, ਉਹਨੂੰ ਕਿਸ ਤਰ੍ਹਾਂ ਤਮੀਲ ਕਰਾਈ ਜਾਂਦੀ ਹੈ, ਤਾਂ ਜੇਕਰ ਕੋਈ ਸਰਕਾਰੀ ਮਹਿਕਮੇ ਉੱਥੇ ਕਿੱਦਾਂ ਤਮੀਲ ਕਰਾਈ ਜਾਂਦੀ ਹੈ, ਜੇਕਰ ਆਊਟ ਆਫ ਜੂਰਿਸਡਿਕਸ਼ਨ ਸੰਮਨ ਹੈ ਤਾਂ ਉਹ ਕਿੱਦਾਂ ਜਾਂਦੇ ਹੈਗੇ ਆ, ਜੇਕਰ ਕੋਈ ਗਵਾਹ ਵਾ ਤਾਂ ਉਹਨੂੰ ਸੰਮਨ ਕਿਸ ਤਰ੍ਹਾਂ ਜਾਂਦੇ ਹੈਗੇ ਆ। ਇਹ ਅੱਜ ਆਪਾਂ ਸਾਰਾ ਕੁਝ ਪੜ੍ਹਿਆ। ਨੈਕਸਟ ਚੈਪਟਰ ਅਸੀਂ ਕਰਾਂਗੇ ਬੀ ਪਾਰਟ, ਜਿਹਦੇ ਵਿੱਚ ਕਿ ਵਾਰੰਟ ਬਾਰੇ ਅਸੀਂ ਡਿਸਕਸ ਕਰਾਂਗੇ। ਥੈਂਕ ਯੂ।